ਜਿਹੜਾ ਇਸਰਾਇਲ ਸੀਗਾ ਮਿਸਰ ਦੇ ਵਿੱਚ ਕੀ ਸੀ, ਉਹ ਗੁਲਾਮ ਸੀਗਾ। ਔਰ ਇਸਰਾਇਲ ਕੀ ਕਰਨਾ ਚਾਹੁੰਦਾ ਸੀ, ਨਿਕਲਣਾ ਚਾਹੁੰਦਾ ਸੀ ਗੁਲਾਮੀ ਤੋਂ, ਹਨਾ, ਕਿ ਮੈਂ ਨਿਕਲ ਜਾਵਾਂ ਗੁਲਾਮੀ ਚੋਂ, ਨਿਕਲ ਜਾਵਾਂ ਮੈਂ ਮਿਸਰ ਦੀ ਗੁਲਾਮੀ ਚੋਂ। ਪਰ ਉਹ ਨਿਕਲ ਪਾ ਹੀ ਨਹੀਂ ਸੀ ਰਿਹਾ, ਉਹ ਨਿਕਲ ਨਹੀਂ ਸੀ ਪਾ ਰਿਹਾ। ਕਿਉਂ? ਕਿਉਂਕਿ ਨਿਕਲਣਾ ਤੇ ਚਾਹੁੰਦਾ ਸੀਗਾ, ਪਰ ਨਿਕਲਣ ਦੇ ਲਈ ਉਹ ਕੁਝ ਵੀ ਨਹੀਂ ਸੀ ਕਰਦਾ ਪਿਆ। ਹਾਲੇਲੂਇਆ। ਉਹ ਨਿਕਲਣ ਦੇ ਲਈ ਕੁਝ ਵੀ ਨਹੀਂ ਸੀ ਕਰਦਾ ਪਿਆ। ਪਰ ਉਸ ਤੋਂ ਬਾਅਦ ਜਦੋਂ ਉਹਦਾ ਉਹਨਾਂ ਇਸਰਾਇਲੀਆਂ ਉੱਪਰ ਜ਼ਿਆਦਾ ਤੋਂ ਜ਼ਿਆਦਾ ਮਤਲਬ ਗੁਲਾਮੀ ਵੱਧਦੀ ਗਈ, ਉਸ ਤੋਂ ਬਾਅਦ ਉਹਨਾਂ ਨੇ ਪ੍ਰੇਅਰ ਕੀਤੀ, ਕਿ ਦੁਹਾਈ ਦਿੱਤੀ ਕਿ ਪ੍ਰਭੂ ਸਾਨੂੰ ਇਸ ਗੁਲਾਮੀ ਦੇ ਵਿੱਚੋਂ ਕੱਢ। ਪ੍ਰਭੂ ਲਿਖਿਆ ਬਾਈਬਲ ਵਿੱਚ ਕਿ ਪਰਮੇਸ਼ਰ ਨੇ ਭੇਜਿਆ ਮੂਸਾ ਨੂੰ। ਕਿਹਨੂੰ ਭੇਜਿਆ? ਮੂਸਾ ਨੂੰ ਭੇਜਿਆ ਕਿ ਮੂਸਾ ਤੂੰ ਜਾ ਤੇ ਮੇਰੀ ਪਾਵਰ ਤੇਰੇ ਨਾਲ ਵਾ, ਤੇ ਤੂੰ ਜਾ ਕੇ ਤੇ ਫਿਰੌਨ ਦੇ ਕੋਲੋਂ ਮੇਰੀ ਕੌਮ ਨੂੰ ਆਜ਼ਾਦ ਕਰਾ ਕੇ ਲੈ ਕੇ ਆ। ਅੱਜ ਵੀ ਬਹੁਤ ਸਾਰੇ ਲੋਕ ਐਸੀਆਂ ਸਮੱਸਿਆ ਵਿੱਚ ਫਸੇ ਆ, ਠੀਕ ਹੈ ਨਾ। ਅੱਜ ਮਿਸਰ ਦੇ ਵਿੱਚ ਦੇ ਗੁਲਾਮ ਨਹੀਂ ਆ, ਫਿਰੌਨ ਦੇ ਕੁਝ ਗੁਲਾਮ ਤੇ ਨਹੀਂ ਆ, ਪਰ ਬਹੁਤ ਸਾਰੇ ਲੋਕ ਦੁਸ਼ਟ ਆਤਮਾ ਦੇ ਕੋਲ ਗੁਲਾਮ, ਬਿਮਾਰੀਆਂ ਦੀ ਜਕੜ ਵਿੱਚ ਆ, ਗਰੀਬੀਆਂ ਦੀ ਜਕੜ ਵਿੱਚ ਆ, ਪਰਿਵਾਰਿਕ ਕਲੇਸ਼ਾਂ ਦੀਆਂ ਤਰ੍ਹਾਂ ਤਰ੍ਹਾਂ ਦੇ ਨਾਲ ਫਿਰੌਨ ਕੰਮ ਕਰਦਾ ਪਿਆ ਵਾ। ਹਾਲੇਲੂਇਆ। ਬਾਈਬਲ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਮੂਸਾ ਨੂੰ ਆਪਣੀ ਪਾਵਰ ਦੇ ਕੇ ਭੇਜਿਆ ਕਿ ਜਾ ਕੇ ਤੂੰ ਕੀ ਕਰ ਇਸਰਾਇਲੀਆਂ ਨੂੰ ਮਿਸਰ ਦੀ ਗੁਲਾਮੀ ਦੇ ਵਿੱਚੋਂ ਛੁਡਾ ਕੇ ਲੈ ਕੇ ਆ। ਔਰ ਉਸ ਤੋਂ ਬਾਅਦ ਖੁਦਾਵੰਦ ਨੇ ਉਹਦੇ ਨਾਲ ਇੱਕ ਹੈਲਪਰ ਦਿੱਤਾ, ਜਿਹਦਾ ਨਾਮ ਕੀ ਸੀਗਾ? ਹਾਰੂਨ। ਕੀ ਨਾਮ ਸੀ? ਹਾਰੂਨ। ਉਹਦਾ ਭਰਾ ਭੇਜਿਆ ਕਿ ਤੇਰੇ ਨਾਲ ਆ ਤੇਰਾ ਭਰਾ ਹਾਰੂਨ, ਕਿਉਂਕਿ ਮੂਸਾ ਕਹਿੰਦਾ ਕਿ ਪਰਮੇਸ਼ਰ ਮੈਂ ਥੋੜਾ ਭੱਦਾ ਬੋਲਣ ਵਾਲਾ, ਤਤਲਾ ਬੋਲਣ ਵਾਲਾ, ਤੇ ਮੇਰੇ ਭਰਾ ਦੇ ਨਾਲ ਭੇਜ। ਪ੍ਰਭੂ ਨੇ ਕਿਹਾ ਕਿ ਓਕੇ ਠੀਕ ਹੈ, ਤੇਰਾ ਭਰਾ ਵੀ ਨਾਲ ਜਾਏਗਾ। 2 ਵਿਅਕਤੀ ਗਏ, ਪ੍ਰਭੂ ਦਾ ਆਤਮਾ ਦੇ ਨਾਲ ਆ, ਪਰ ਕਿੰਨੇ ਵਿਅਕਤੀ? 2 ਵਿਅਕਤੀ। ਔਰ ਇੱਕ ਜ਼ਬਰਦਸਤ ਮਿਸਰ ਦਾ ਰਾਜਾ, ਪਾਵਰਫੁਲ ਰਾਜਾ, ਜਿਹਦੇ ਕੋਲ ਰੱਥ ਘੋੜੇ ਸੈਨਾ, ਜ਼ਬਰਦਸਤ ਪਾਵਰਫੁਲ ਰਾਜਾ, ਉਹਦੇ ਕੋਲ ਛਡਾਉਣ ਦੇ ਲਈ। ਔਰ ਸੱਚਮੁੱਚ ਜੋ ਕੰਮ ਸੀ ਕਾਫੀ ਵੱਡਾ ਸੀਗਾ। ਔਰ ਉਸ ਤੋਂ ਬਾਅਦ ਲਿਖਿਆ ਕਿ ਉਹ ਗਏ ਔਰ ਉਹਨਾਂ ਨੇ ਕਿਹਾ ਮਿਸਰ ਦੇ ਰਾਜੇ ਨੂੰ ਕਿ ਪ੍ਰਭੂ ਦੀ ਆਗਿਆ ਵਾ ਕਿ ਤੂੰ ਇਹ ਇਸਰਾਇਲੀ ਕੌਮ ਨੂੰ ਆਜ਼ਾਦ ਕਰ ਦੇ ਤੇ ਜਾ ਕੇ ਖੁਦਾਵੰਦ ਦੀ ਉਪਾਸਨਾ ਕਰਨ। ਔਰ ਲਿਖਿਆ ਕਿ ਜੋ ਮਿਸਰ ਦਾ ਰਾਜਾ ਸੀ ਉਹ ਹੱਸਿਆ ਕਿ ਮੈਂ ਨਹੀਂ ਜਾਣਦਾ ਕਿਸੇ ਖੁਦਾ ਨੂੰ, ਕੌਣ ਆ ਮੈਂ, ਕਿਉਂ ਆਜ਼ਾਦ ਕਰ ਦੇਵਾਂ, ਮੈਂ ਕਿਸੇ ਦੇ ਕਹਿਣ ਤੇ ਕਿਉਂ ਆਜ਼ਾਦ ਕਰਦਾ। ਉਸ ਤੋਂ ਬਾਅਦ ਉਹਨੇ ਹੋਰ ਉਹਨਾਂ ਦੀ ਸਮੱਸਿਆ ਵਧਾ ਦਿੱਤੀ ਕਿ ਜਿਹੜੇ ਇਹ ਇਸਰਾਇਲੀ ਲੋਕ ਆ ਇਹਨਾਂ ਦੀ ਸਮੱਸਿਆ ਹੋਰ ਵਧਾ ਦਿਓ, ਇਹਨਾਂ ਕੋਲ ਵੱਧ ਤੋਂ ਵੱਧ ਕੰਮ ਲਓ। ਔਰ ਇਸਰਾਇਲੀ ਹੋਰ ਸਮੱਸਿਆ ਚਲੇ ਗਏ। ਇਸੇ ਤਰੀਕੇ ਨਾਲ ਜਦੋਂ ਅਸੀਂ ਆਪਣੀ ਆਤਮਿਕ ਫਾਈਟ ਸ਼ੁਰੂ ਕਰਦੇ ਹਾਂ ਨਾ, ਅਸੀਂ ਆਤਮਿਕ ਫਾਈਟ ਸ਼ੁਰੂ ਕਰਦੇ ਹਾਂ ਤੇ ਕਈ ਵਾਰੀ ਲੱਗਦਾ ਕਿ ਯਾਰ ਚੰਗਾ ਹੋਣ ਦੀ ਬਜਾਏ ਮੇਰੇ ਨਾਲ ਬੁਰਾ ਹੋਣ ਲੱਗ ਪਿਆ, ਮੇਰਾ ਤੇ ਹੋਰ ਜੀਣਾ ਹੀ ਔਖਾ ਹੋ ਗਿਆ, ਮੇਰੇ ਪਰਿਵਾਰ ਵਿੱਚ ਤੇ ਜ਼ਿਆਦਾ ਕਲੇਸ਼ ਵੱਧ ਗਿਆ, ਮੈਂ ਆਪਣਾ ਬੋਣਾ ਸ਼ੁਰੂ ਕਰ ਦਿੱਤਾ, ਮੇਰੀ ਬਰਕਤ ਹੀ ਘਟ ਗਈ ਆ, ਮੇਰੇ ਨਾਲ ਏਦਾਂ ਹੋਣ ਡਿਆ ਪਿਆ। ਔਰ ਕਿਉਂ? ਕਿਉਂਕਿ ਜੇ ਤੁਸੀਂ ਸ਼ੁਰੂਆਤੀ ਚ ਫਾਈਟ ਸ਼ੁਰੂ ਕਰਦੇ ਆ ਨਾ, ਤੇ ਸ਼ੈਤਾਨ ਤੁਹਾਨੂੰ ਪੂਰੀ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕਰਦਾ ਵਾ, ਤੁਹਾਨੂੰ ਹਤਾਸ਼ ਕਰਨ ਦੀ ਕੋਸ਼ਿਸ਼ ਕਰਦਾ, ਤੁਹਾਨੂੰ ਹਰਾਉਣ ਦੀ ਪੂਰੀ ਤਾਕਤ ਲਾਉਂਦਾ ਕਿ ਤੁਸੀਂ ਉਸ ਫਾਈਟ ਚੋਂ ਬਾਹਰ ਚਲੇ ਜਾਓ। ਜਿਸ ਤਰ੍ਹਾਂ ਪਿੱਛੇ ਜੀ ਗੀਤਾ ਸਿਸਟਰ ਨੇ ਫਾਈਟ ਸ਼ੁਰੂ ਕੀਤੀ ਔਰ ਬਿਮਾਰੀ ਵਿੱਚ ਗਏ, ਕਹਿੰਦੇ ਕਿ ਪਤਾ ਨਹੀਂ ਚੱਲਿਆ ਬਿਮਾਰ ਕਿਉਂ। ਮੈਂ ਕਿਹਾ ਮੈਨੂੰ ਪਤਾ ਵਾ ਕਿਉਂ, ਕਿਉਂਕਿ ਮੈਂ ਇਹਨਾਂ ਫਾਈਟਾਂ ਨੂੰ ਕਰ ਚੁੱਕਾ ਵਾਂ। ਕਿਉਂਕਿ ਤੁਸੀਂ ਫਾਈਟ ਸ਼ੁਰੂ ਕੀਤੀਆਂ ਔਰ ਤੁਹਾਡੇ ਅੱਗੇ ਫਾਈਟ ਕਰਨੇ ਤੁਹਾਨੂੰ ਪਤਾ ਕਿ ਉਹਨਾਂ ਤਾਕਤਾਂ ਦੇ ਨਾਲ ਹੈ। ਬਾਈਬਲ ਲਿਖਿਆ ਕਿ ਤੁਹਾਡੀ ਲੜਾਈ ਸ਼ੈਤਾਨੀ ਸ਼ਕਤੀਆਂ ਨਾਲ ਆ, ਜਿਨ੍ਹਾਂ ਨੂੰ ਤੁਸੀਂ ਹਰਾ ਕੇ ਤੇ ਆਪਣੇ ਪਰਿਵਾਰ ਦਾ ਉਧਾਰ ਕਰਾਉਣਾ ਵਾ। ਬਾਈਬਲ ਲਿਖਿਆ ਜਿੱਦਾਂ ਹੀ ਮੂਸਾ ਨੇ ਤੇ ਹਾਰੂਨ ਨੇ ਫਾਈਟ ਕੀਤੀ ਤਾਂ ਫਿਰੌਨ ਨੇ ਉਹਨਾਂ ਇਸਰਾਇਲੀਆਂ ਦੇ ਉੱਤੇ ਹੋਰ ਅਤਿਆਚਾਰ ਵਧਾ ਦਿੱਤਾ। ਕਿੰਨਾਂ ਨੂੰ ਸਮਝ ਲੱਗਦੀ ਪਈ? ਉਹਨੇ ਕਿਹਾ ਕਿ ਪਹਿਲਾਂ ਤੁਸੀਂ ਇੱਟਾਂ ਬਣਾਉਂਦੇ ਸੀਗੀਆਂ ਤੇ ਇੰਨੀ ਇੱਟ ਸਾਨੂੰ ਇੱਕ ਬੰਦਾ ਦਿੰਦਾ ਸੀਗਾ, ਤੇ ਤੂੜੀ ਤੁਹਾਨੂੰ ਆਪਾਂ ਲਿਆ ਕੇ ਦਿੰਦੇ ਸੀ, ਮਿੱਟੀ ਤੁਸੀਂ ਆਪ ਪੁੱਟਦੇ ਸੀ ਤੇ ਉਹ ਤੂੜੀ ਤੁਸੀਂ ਉਹਦੇ ਵਿੱਚ ਬਣਾਉਂਦੇ ਸੀ, ਤੇ ਤੂੜੀ ਸਾਡੇ ਬੰਦੇ ਦਿੰਦੇ ਸੀ। ਪਰ ਹੁਣ ਤੂੜੀ ਵੀ ਤੁਸੀਂ ਜੰਗਲਾਂ 'ਚ ਲਿਆਓ ਤੇ ਇੱਟ ਵੀ ਸਾਨੂੰ ਉਨੀ ਚਾਹੀਦੀ ਆ। ਹੁਣ ਸੋਚੋ ਪਹਿਲਾਂ ਹੀ ਖੱਬੇ ਪਏ ਆ ਕਿ ਪਹਿਲਾਂ ਹੀ ਇੱਟ ਬਣਾਉਣੀ ਇੰਨੀ ਇੱਕ ਦਿਨ ਦੇ ਵਿੱਚ ਸਾਨੂੰ ਔਖੀ, ਹੁਣ ਉਲਟਾ ਸਾਨੂੰ ਫਿਰ ਜੰਗਲ 'ਚ ਜਾ ਕੇ ਤੂੜੀ ਵੀ ਲਿਆਉਣੀ ਆ, ਉੱਥੇ ਵੀ ਸਾਡਾ ਟਾਈਮ ਲੱਗਣਾ, ਫਿਰ ਇਕੱਠੀ ਕਰਨੀ, ਪੰਡ ਬੰਨਣੀ, ਫਿਰ ਲਿਆਉਣੀ। ਤੇ ਫਿਰ ਲਿਖਿਆ ਕਿ ਉਸ ਤੋਂ ਬਾਅਦ ਉਹ ਮੂਸਾ ਤੇ ਹਾਰੂਨ ਦੇ ਖਿਲਾਫ ਹੋ ਗਏ, ਕਹਿੰਦੇ ਕਿ ਤੁਸੀਂ ਕੀ ਕੀਤਾ ਏਦਾਂ ਦਾ, ਤੁਸੀਂ ਉਲਟਾ ਸਾਨੂੰ ਹੋਰ ਫਸਾ ਦਿੱਤਾ। ਲਿਖਿਆ ਕਿ ਉਹਨਾਂ ਨੇ ਵੱਟੇ ਚੁੱਕ ਲਏ ਕਿ ਇਹਨਾਂ ਨੂੰ ਮਾਰ ਹੀ ਦੋ। ਮੂਸਾ ਤੇ ਹਾਰੂਨ ਨੇ ਛਡਾਉਣ ਕੇ ਆਏ ਤੇ ਸਾਨੂੰ ਫਸਾਉਣ ਆ ਗਏ ਨਾ, ਉਲਟਾ ਸਾਡਾ ਉੱਪਰ ਹੋਰ ਫਿਰੌਨ ਹੈਵੀ ਕਰਾ ਦਿੱਤਾ। ਉਸ ਤੋਂ ਬਾਅਦ ਲਿਖਿਆ ਕਿ ਉਹਨਾਂ ਨੇ ਆਪਣੀ ਆਤਮਿਕ ਫਾਈਟ ਬੰਦ ਨਹੀਂ ਕੀਤੀ। ਹਾਲੇਲੂਇਆ। ਅੱਜ ਜੋ ਮੈਂ ਤੁਹਾਨੂੰ ਵਚਨ ਦੱਸਣ ਡਿਆ, ਮੈਂ ਤੁਹਾਡੇ ਲਈ ਦੱਸਣ ਡਿਆ ਵਾ ਕਿ ਕਦੇ ਵੀ ਆਪਣੀ ਆਤਮਿਕ ਫਾਈਟ ਬੰਦ ਨਾ ਕਰੋ। ਆਪਣੇ ਪਰਿਵਾਰ ਦੇ ਲਈ, ਆਪਣੀ ਫੈਮਿਲੀ ਲਈ ਫਾਈਟ ਕਰਨਾ ਬੰਦ ਨਾ ਕਰੋ। ਰਜਿਸਟਰ ਆਪਣਾ ਹੁਣ ਉਹਨਾਂ ਨੇ ਜਦੋਂ ਸਮੱਸਿਆ ਦੇਖੀ,
ਉਹਨਾਂ ਨੇ ਸਮੱਸਿਆ ਦੇਖ ਕੇ ਫਾਈਟ ਬੰਦ ਕਰ ਸਕਦੇ ਸੀ ਕਿ ਪ੍ਰਭੂ ਇਹ ਤੇ ਉਲਟੀ ਸਮੱਸਿਆ ਸਾਡੀ ਤੇ ਵੱਧ ਗਈ ਆ, ਛੱਡੋ ਪਰਾਂ ਯਾਰ, ਚੱਲੀਏ ਵਾਪਸ। ਇਹ ਇਸਰਾਈਲੀ ਲੋਕਾਂ ਦਾ ਤੇ ਹੋਰ ਜੀਣਾ ਬਹਾਲ ਹੋ ਗਿਆ ਹੈ ਨਾ, ਹੋਰ ਜ਼ਿਆਦਾ ਇਹਨਾਂ ਦਾ ਮੁਸ਼ਕਲ ਹੋ ਗਿਆ ਜੀਣਾ, ਤੇ ਛੱਡੋ ਪਰਾਂ। ਫਿਰ ਉਹਨੇ ਸਗੋਂ ਇਹਨਾਂ ਤੇ ਅਤਿਆਚਾਰ ਜ਼ਿਆਦਾ ਕਰ ਦਿੱਤੇ, ਪਰ ਉਹਨਾਂ ਨੇ ਫਾਈਟ ਕਰਨੀ ਬੰਦ ਨਹੀਂ ਕੀਤੀ। ਉਹਨਾਂ ਨੇ ਫਿਰ ਕਿਹਾ ਕਿ ਇਸਰਾਈਲੀ ਲੋਕਾਂ ਨੂੰ ਆਜ਼ਾਦ ਕਰਾ, ਆਜ਼ਾਦ ਕਰ, ਇਹਨਾਂ ਨੂੰ ਭੇਜ। ਉਹ ਕਹਿੰਦਾ ਕਿ ਮੈਂ ਨਹੀਂ ਭੇਜਦਾ। ਉਹ ਤੋਂ ਬਾਅਦ ਉਹਨਾਂ ਨੇ ਫਾਈਟ ਕੀਤੀ, ਪਾਣੀ ਨੂੰ ਲਹੂ ਬਣਾਇਆ, ਔਰ ਇਸ ਤਰੀਕੇ ਨਾਲ ਬਾਰ-ਬਾਰ ਅਟੈਕ। ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਕਿ ਜੇ ਤੁਸੀਂ ਲਗਾਤਾਰ ਫਾਈਟ ਕਰਦੇ ਆ ਨਾ, ਤੁਹਾਡਾ ਵਿਰੋਧੀ ਹੌਲੀ-ਹੌਲੀ ਨਿਰਬਲ ਹੋਣਾ ਸ਼ੁਰੂ ਹੋ ਜਾਂਦਾ। ਔਰ ਅੱਜ ਮੈਂ ਤੁਹਾਨੂੰ ਦੱਸਦਾ ਵਾਂ, ਇੱਕਦਮ ਵੀ ਨਹੀਂ ਹਾਰਦਾ, ਉਹ ਪਹਿਲਾਂ ਨਿਰਬਲ ਹੋਣਾ ਸ਼ੁਰੂ ਹੋ ਜਾਂਦਾ। ਉਹਨੂੰ ਪਤਾ ਲੱਗ ਜਾਂਦਾ ਕਿ ਮੇਰੀ ਤਾਕਤ ਘਟਣ ਦੀ ਆ, ਮੈਂ ਕਮਜ਼ੋਰ ਹੁੰਦਾ ਜਾਣ ਡਿਆ। ਬਾਈਬਲ 'ਚ ਲਿਖਿਆ ਕਿ ਫਿਰੌਨ ਬਾਦਸ਼ਾਹ ਇੱਕ ਜ਼ਬਰਦਸਤ ਬਾਦਸ਼ਾਹ ਸੀਗਾ, ਜ਼ਬਰਦਸਤ ਪਾਵਰਫੁਲ ਬਾਦਸ਼ਾਹ ਸੀ, ਪਰ ਉਹ ਖੁਦਾਵੰਦ ਦੀ ਪਾਵਰ ਅੱਗੇ ਟਿਕ ਨਹੀਂ ਸਕਿਆ। ਉਹ ਪਾਵਰ ਜੋ ਪਰਮੇਸ਼ਰ ਨੇ ਮੂਸਾ ਤੇ ਹਾਰੂਨ ਨੂੰ ਦਿੱਤੀ ਹੋਈ ਸੀ, ਔਰ ਉਹੀ ਪਾਵਰ ਅੱਜ ਪ੍ਰਭੂ ਨੇ ਤੁਹਾਨੂੰ ਵੀ ਤੇ ਮੈਨੂੰ ਵੀ ਦਿੱਤੀ ਆ। ਉਹੀ ਪਾਵਰ ਕਿਹਨੂੰ ਦਿੱਤੀ ਆ? ਕਿਹਨੂੰ ਦਿੱਤੀ ਆ? ਤੁਹਾਨੂੰ ਵੀ ਦਿੱਤੀ ਆ, ਮੈਨੂੰ ਵੀ ਦਿੱਤੀ ਆ। ਤੁਸੀਂ ਬਿਨਾਂ ਪਾਵਰ ਤੋਂ ਨਹੀਂ ਆ। ਜੇ ਤੁਸੀਂ ਆਪਣੇ ਪਰਿਵਾਰ ਦੀ ਪ੍ਰੇਅਰ ਕਰਦੇ ਪਏ ਆ ਨਾ, ਫਾਈਟ ਕਰਦੇ ਪਏ ਆ, ਕਿਉਂ ਤੁਸੀਂ ਕਰਦੇ ਪਏ ਆ? ਕਿਉਂਕਿ ਤੁਹਾਡੇ ਅੰਦਰ ਖੁਦਾ ਦੀ ਪਾਵਰ ਆ। ਬਿਨਾਂ ਪਾਵਰ ਤੋਂ ਤੁਸੀਂ ਪ੍ਰੇਅਰ ਨਹੀਂ ਕਰ ਪਾਉਂਦੇ। ਤੁਹਾਡੇ ਅੰਦਰ ਖੁਦਾ ਦੀ ਪਾਵਰ ਹੈ, ਜਿਹਦੇ ਕਰਕੇ ਤੁਸੀਂ ਬੰਦਾਂ ਨੂੰ ਤੋੜਨੇ, ਸ਼ੈਤਾਨ ਨਾਲ ਅਟੈਕ, ਸ਼ੈਤਾਨ ਨਾਲ ਫਾਈਟ ਕਰਦੇ ਆ। ਸਿਰਫ ਮੈਂ ਇਹ ਦੱਸਣਾ ਚਾਹੁੰਦਾ ਕਿ ਜੇ ਫਾਈਟ ਕਰਦੇ ਆ ਤੇ ਬੰਦ ਨਾ ਕਦੀ ਵੀ ਕਰੋ। ਅੱਜ ਮੈਂ ਤੁਹਾਨੂੰ ਉਹਦਾ ਪੂਰਾ ਰੀਜ਼ਨ, ਤੁਹਾਨੂੰ ਪੂਰੀ ਅਸਲੀ ਸੱਚਾਈ ਦੱਸਣ ਜਾ ਰਿਹਾ ਤੁਹਾਨੂੰ ਕਿ ਕਦੀ ਵੀ ਨਾ, ਚਾਹੇ ਹਾਲਾਤ ਪਹਿਲਾਂ ਨਾਲੋਂ ਵੀ ਬੱਤਰ ਹੋ ਗਿਆ, ਪਰ ਨੋ, ਅਗਰ ਤੁਸੀਂ ਹਟ ਗਏ ਤੇ ਫਿਰ ਸ਼ੈਤਾਨ ਨੇ ਨੋਰਮਲ ਕਰ ਦੇਣਾ, ਪਰ ਉਹਨੇ ਜਾਣਾ ਕਦੀ ਨਹੀਂ ਆ। ਪਰ ਅਗਰ ਤੁਸੀਂ ਚਾਹੁੰਦੇ ਆ ਕਿ ਭਾਵੇਂ ਹੋਰ ਬੱਤਰ ਕਰਦੇ, ਪਰ ਪੱਕੇ ਪੈਰੀ ਨੂੰ ਭੇਜਣਾ ਵਾ, ਤੇ ਫਿਰ ਆਪਣੀ ਫਾਈਟ ਕਰਨੀ ਕਦੀ ਵੀ ਕੀਆ ਬੰਦ ਨਾ ਕਰੋ। ਚਾਹੇ ਗਰੀਬੀ, ਚਾਹੇ ਤੰਗੀ, ਚਾਹੇ ਬਿਮਾਰੀ, ਚਾਹੇ ਪਤੀ ਨੂੰ ਬਚਾਉਣਾ, ਚਾਹੇ ਚਮਤਕਾਰ ਪ੍ਰਾਪਤ ਕਰਨਾ, ਚਾਹੇ ਕੁਝ ਵੀ ਕਿਉਂ ਨਾ ਕਰਨਾ। ਬਾਈਬਲ ਲਿਖਿਆ ਉਹਨਾਂ ਨੇ ਲਗਾਤਾਰ ਫਾਈਟ। ਇੱਕ ਚਮਤਕਾਰ ਕੀਤਾ, ਉਹਦਾ ਮਨ ਨਹੀਂ ਪਿਘਲਿਆ। ਉਹ ਕਹਿੰਦਾ ਇਹ ਕਿਹੜੀ ਵੱਡੀ ਗੱਲ ਆ, ਮੇਰੇ ਜਾਦੂਗਰ ਵੀ ਚਮਤਕਾਰ ਕਰ ਲੈਂਦੇ। ਉਹ ਜਾਦੂਗਰ ਨੇ ਵੀ ਚਮਤਕਾਰ ਕੀਤੇ, ਕਹਿੰਦਾ ਮੈਨੂੰ ਕੋਈ ਟੈਨਸ਼ਨ ਨਹੀਂ, ਮੈਂ ਕਿਉਂ ਆਜ਼ਾਦ ਕਰਾਂ। ਫਿਰ ਉਹਨਾਂ ਨੇ ਚਮਤਕਾਰ ਕੀਤਾ, ਉਹਨੇ ਜਾਦੂਗਰਾਂ ਨੇ ਵੀ ਚਮਤਕਾਰ ਕਰਤੇ। ਕਹਿੰਦਾ ਜਿਹੜੀ ਤੁਸੀਂ ਪਾਵਰ ਨਾਲ ਕੰਮ ਕਰਦੇ ਹੋ ਤੇ ਮੇਰੇ ਜਾਦੂਗਰਾਂ ਕੋਲ ਪਾਵਰ ਆ। ਫਿਰ ਉਹਨਾਂ ਨੇ ਚਮਤਕਾਰ ਕੀਤਾ, ਉਸ ਤੋਂ ਬਾਅਦ ਉਹਦੇ ਜਾਦੂਗਰ ਕਰ ਨਹੀਂ ਸਕੇ। ਹਾਲੇਲੂਇਆ। ਉਹਦੇ ਜਾਦੂਗਰਾਂ ਨੇ ਆਖਿਆ ਕਿ ਬਾਈਬਲ ਦੇ ਵਿੱਚ ਅਗਰ ਪੜ੍ਹਦੇ ਆ ਕੂਚ 8 ਉਹਦੀ 19 ਆਇਤ, ਤੁਸੀਂ ਵੀਡੀਓ ਦੇਖੋ ਤੋਂ ਬਾਅਦ ਪੜ੍ਹ ਸਕਦੇ ਆ। ਉਹਦੇ ਵਿੱਚ ਉਸ ਤੋਂ ਬਾਅਦ ਉਹਦੇ ਜਾਦੂਗਰਾਂ ਨੇ ਆਖਿਆ ਕਿ ਨਹੀਂ, ਕਹਿੰਦਾ ਇਹ ਖੁਦਾ ਦੀ ਪਾਵਰ ਆ, ਕਿਉਂਕਿ ਸਾਡੇ ਹੁਣ ਜਾਦੂ ਦੀ ਜਿਹੜੀ ਪਾਵਰ ਹੈ ਇੱਥੇ ਫੇਲ ਹੋ ਚੁੱਕੀ ਆ, ਹੁਣ ਆਪਾਂ ਨਹੀਂ ਕੁਝ ਕਰ ਸਕਦੇ। ਇਹਦਾ ਮਤਲਬ ਉਹਦੀ ਪਹਿਲੀ ਪਾਵਰ ਫਿਰੌਨ ਦੀ ਟੁੱਟਣੀ ਸ਼ੁਰੂ ਹੋ ਗਈ, ਉੱਥੋਂ ਨਿਰਬਲ ਹੋਣਾ ਸ਼ੁਰੂ ਹੋ ਗਿਆ। ਜਿਹਦੀ ਜਾਦੂਗਰਾਂ ਦੇ ਪਾਵਰ ਤੇ ਉਹਨੂੰ ਭਰੋਸਾ ਸੀਗੀ, ਉਹ ਤੇ ਫੇਲ ਹੋ ਗਿਆ। ਇਸੇ ਤਰੀਕੇ ਨਾਲ ਜੇ ਤੁਸੀਂ ਫਾਈਟ ਕਰਨਾ ਜਾਰੀ ਰੱਖਦੇ ਨਾ, ਹੌਲੀ ਹੌਲੀ ਇੱਕ ਇੱਕ ਸ਼ੈਤਾਨ ਦੀ ਤਾਕਤ ਟੁੱਟਣੀ ਸ਼ੁਰੂ ਹੋ ਜਾਂਦੀ ਹੈ। ਹੁਣ ਇਸ ਸਟਾਰਟਿੰਗ ਦੇ ਵਿੱਚ ਅਗਰ ਤੁਸੀਂ ਪੜ੍ਹੋ ਨਾ ਕੂਚ 8 ਦੀ 19, ਮੈਂ ਹੁਣ ਨਹੀਂ ਪੜਾਂਗੇ, ਤੁਸੀਂ ਘਰ ਜਾ ਕੇ ਜ਼ਰੂਰ ਪੜ੍ਹ ਸਕਦੇ ਹੋ। ਉੱਥੇ ਲਿਖਿਆ, ਉਹ ਜਾਦੂਗਰ ਨੇ ਆਖਿਆ ਕਿ ਇਹ ਤੇ ਪ੍ਰਭੂ ਦੀ ਪਾਵਰ ਭਾਈ, ਆਪਾਂ ਤੇ ਸਾਡੇ ਕੋਲ ਨਹੀਂ ਇਹ ਕੰਮ ਹੋ ਸਕਦੇ। ਆਪਾਂ ਉਹਨੇ ਸੱਪ ਲਾਠੀ ਤੋਂ ਬਣਾਇਆ ਸੀ, ਆਪਾਂ ਵੀ ਲਾਠੀ ਤੋਂ ਸੱਪ ਬਣਾਤਾ। ਉਹਨੇ ਉਹ ਕੀਤਾ, ਆਪਾਂ ਵੀ ਉਹ ਕੀਤਾ। ਪਰ ਹੁਣ ਏਦਾਂ ਨਾ ਉਹਨੇ ਕੁਝ ਕੀਤਾ ਵਾ ਕਿ ਸੱਚਮੁੱਚ ਪ੍ਰਭੂ ਦੀ ਪਾਵਰ ਆ, ਸਾਡੀ ਪਾਵਰ ਕੀ ਹੋ ਗਈ ਤੇ ਫੇਲ ਹੋ ਗਈ। ਇਸੇ ਤਰੀਕੇ ਨਾਲ ਜਦੋਂ ਤੁਸੀਂ ਪਵਿੱਤਰਤਾ ਵਿੱਚ, ਪ੍ਰਭੂ ਦੀ ਵਚਨਾਂ ਵਿੱਚ, ਆਗਿਆਕਾਰੀ ਵਿੱਚ ਬਣੇ ਰਹਿੰਦੇ ਆ ਤੇ ਫਾਈਟ ਕਰਨਾ ਹਰ ਰੋਜ਼ ਜਾਰੀ ਰੱਖਦੇ ਆ, ਹੋ ਸਕਦਾ ਕੁਝ ਸਮੇਂ ਤੱਕ ਸ਼ੈਤਾਨ ਤੁਹਾਡੇ ਨਾਲ ਫਾਈਟ ਕਰੀ ਆ ਰਿਹਾ, ਪਰ ਕੁਝ ਸਮੇਂ ਬਾਅਦ ਉਹਨੇ ਕਮਜ਼ੋਰ ਪੈ ਜਾਣਾ। ਉਹਨੇ ਕਹਿਣਾ ਕਿ ਨਹੀਂ, ਹੁਣ ਮੇਰੇ ਕੋਲ ਹਿੰਮਤ ਨਹੀਂ ਰਹੀ ਫਾਈਟ ਕਰਨ ਦੀ, ਕਿਉਂਕਿ ਇਹਦੇ ਕੋਲ ਖੁਦਾ ਦੀ ਪਾਵਰ ਆ। ਹਾਲੇਲੂਇਆ। ਜਿਹਦਾ ਜਾਦੂਗਰ ਕੀ ਕਹਿੰਦੇ ਇਹ ਖੁਦਾ ਦੀ ਪਾਵਰ ਦੇ ਕੰਮ ਹੈ ਭਾਈ, ਸਾਡੀ ਜਾਦੂਗਰੀ ਫੇਲ, ਸਾਡੀ ਸ਼ੈਤਾਨੀ ਸ਼ਕਤੀ ਫੇਲ, ਕਿਉਂਕਿ ਇਹਦੇ ਕੋਲ ਖੁਦਾ ਦੀ ਪਾਵਰ ਆ। ਉਸ ਤੋਂ ਬਾਅਦ ਜਾਦੂਗਰ ਹਾਰ ਗਏ। ਉਸ ਤੋਂ ਬਾਅਦ ਫਿਰ ਉਹਨੇ ਕਿਹਾ ਕਿ ਨਹੀਂ ਭਾਈ, ਮੈਂ ਜਾਨ ਫਿਰ ਵੀ ਨਹੀਂ ਦੇਣਾ, ਹਜੇ ਵੀ ਪੂਰੀ ਤਰ੍ਹਾਂ ਅੜੀਅਲ ਬਾਤ ਲਿਖਿਆ। ਫਿਰ ਉਹਨਾਂ ਨੇ ਫਾਈਟ ਕਰਨੀ ਜਾਰੀ ਰੱਖੀ। ਉਸ ਕਲੇਸ਼ ਦੇ ਵਿੱਚ ਵੀ ਜੋ ਉਹਨੇ ਉਹ ਕਲੇਸ਼ ਦਿੱਤਾ ਪਿਆ ਸੀਗਾ ਕਿ ਮੈਨੂੰ ਇੰਨੀਆਂ ਇੱਟਾਂ ਚਾਹੀਦੀਆਂ, ਤੂੜੀ ਵੀ ਤੁਸੀਂ ਲੈ ਕੇ ਆਇਓ। ਕਲੇਸ਼ ਉਦਾਂ ਹੀ ਚੱਲਦਾ ਪਿਆ ਵਾ, ਕੁਝ ਬੰਦ ਨਹੀਂ ਹੋਇਆ। ਇਸੇ ਤਰੀਕੇ ਨਾਲ ਹੋ ਸਕਦਾ ਤੁਹਾਡੀ ਫੈਮਿਲੀ 'ਚ ਹਜੇ ਵੀ ਸਾਰਾ ਕੁਝ ਉਦਾਂ ਹੀ ਚੱਲਦਾ ਪਿਆ ਵਾ, ਪਰ ਤੁਸੀਂ ਫਾਈਟ ਕਰਨਾ ਬੰਦ। ਹਜੇ ਵੀ ਪਤੀ ਉਦਾਂ ਹੀ ਨਸ਼ੇ ਕਰ ਰਿਹਾ, ਹਜੇ ਵੀ ਉਦਾਂ ਹੀ ਗਰੀਬੀ, ਹਜੇ ਉਦਾਂ ਹੀ ਤੰਗੀ, ਸਾਰਾ ਕੁਝ ਉਦਾਂ ਹੀ ਚੱਲਦਾ ਪਿਆ, ਪਰ ਆਤਮਿਕ ਰੀਤੀ ਨਾਲ ਤੁਸੀਂ ਜਿੱਤੀ ਜਾ ਰਹੇ ਆ। ਹਾਲੇਲੂਇਆ। ਹੋਇਆ ਹੀ ਨਹੀਂ ਆ, ਤੁਹਾਡੀ ਪਾਵਰ ਕੰਮ ਕਰ ਰਹੀ ਆ। ਸ਼ੈਤਾਨੀ ਤਾਕਤਾਂ ਹੁਣ ਜਿਹੜੀਆਂ ਟੁੱਟਣੀਆਂ ਸ਼ੁਰੂ ਹੋਣ ਲੱਗ ਪਈਆਂ। ਹੁਣ ਸਟਾਰਟਿੰਗ ਵਿੱਚ ਜਾਦੂਗਰਾਂ ਦੀ ਪਾਵਰ ਕੀ ਜਿਹੜੀ ਉਹਦੇ ਕੋਲ ਸੀ, ਉਹ ਕੀ ਹੋ ਗਈ? ਉਹ ਟੁੱਟ ਗਈ। ਉਹ ਕਹਿੰਦੇ ਇਹ ਤੇ ਪ੍ਰਭੂ ਦੇ ਕੰਮ ਹੈ ਭਾਈ, ਸਾਡੀ ਇੱਥੋਂ ਤੱਕ ਤਾਕਤ ਸੀ, ਆਪਾਂ ਕਰ ਦਿੱਤਾ। ਫਿਰ ਲਗਾਤਾਰ, ਔਰ ਉਸ ਤੋਂ ਬਾਅਦ ਲਿਖਿਆ ਕੂਚ ਉਹਦੀ 9 ਉਹਦੀ 20 ਆਇਤ, ਉਹਦੇ 20 ਆਇਤ ਦੇ ਵਿੱਚ ਲਿਖਿਆ ਵਾ
ਤਾਂ ਫਿਰੌਨ ਦੇ ਪਹਿਲੂਆਂ ਵਿੱਚ ਜਿਹੜਾ ਯਹੋਵਾ ਦੇ ਬਚਨ ਤੋਂ ਪੈ ਖਾਂਦਾ ਸੀ, ਉਹ ਆਪਣੇ ਪਹਿਲੂਆਂ ਨੂੰ ਔਰ ਆਪਣੇ ਪਸ਼ੂਆਂ ਨੂੰ ਘਰੀ ਭਜਾ ਲਿਆਇਆ। ਪਰ ਜਿਸ ਨੇ ਆਪਣਾ ਮਨ ਯਹੋਵਾ ਦੇ ਬਚਨ ਤੋਂ ਨਾ ਲਾਇਆ, ਉਸ ਨੇ ਆਪਣੇ ਪਹਿਲੂਆਂ ਔਰ ਪਸ਼ੂਆਂ ਨੂੰ ਜੀਵ ਵਿੱਚ ਰਹਿਣ ਦਿੱਤਾ। ਉਹ ਤੋਂ ਬਾਅਦ ਲਿਖਿਆ ਕਿ ਜਿਹੜੇ ਉਹਦੇ ਪਹਿਲੂਏ ਸੀ, ਫਿਰੌਨ ਦੇ ਨਾਲ ਜਿਹੜੇ ਉਹਦੇ ਕਰਮਚਾਰੀ ਸੀ ਨਾ ਮੇਨ, ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਖੁਦਾ ਦੀ ਪਾਵਰ ਮੂਸਾ ਔਰ ਹਾਰੂਨ ਦੇ ਨਾਲ ਕੰਮ ਕਰਦੀ ਆ। ਹੌਲੀ ਲਿਖਿਆ ਕਿ ਉਹਦੇ ਪਹਿਲੂਏ ਵੀ ਕਮਜ਼ੋਰ ਹੋਣਾ ਸ਼ੁਰੂ ਹੋ ਗਏ, ਜਦੋਂ ਉਹਨੇ ਕਿਹਾ ਕਿ ਏਦਾਂ ਏਦਾਂ ਦੇ ਗੜੇ ਆਉਣ ਵਾਲੇ, ਅੱਗ ਵਾਲੇ, ਜੇ ਵਾਲੇ, ਤੇ ਜਿਨ੍ਹਾਂ ਦੇ ਵੀ ਮਿਸਰੀਆਂ ਦੇ ਪਸ਼ੂ ਆ ਨਾ ਬਾਹਰ, ਉਹਨਾਂ ਦੇ ਤੇ ਉਹ ਗਲੇ ਪੈਣਗੇ ਤੇ ਪਸ਼ੂ ਉਹਨਾਂ ਦੇ ਸੜ ਕੇ ਖਤਮ ਹੋ ਜਾਣਗੇ। ਔਰ ਲਿਖਿਆ ਕਿ ਕੁਝ ਲੋਕ ਕਹੇ ਕਿ ਨਹੀਂ ਆਪਾਂ ਨਹੀਂ ਪ੍ਰਭੂ ਦੀ ਤਾਕਤ ਨੂੰ ਮੰਨਦੇ, ਪਰ ਲਿਖਿਆ ਕੁਝ ਟੈਲੀਵੇ ਟੁੱਟ ਚੁੱਕੇ ਸੀਗੇ। ਉਹ ਕਹਿੰਦੇ ਕਿ ਨਹੀਂ, ਇਹ ਜੋ ਬੋਲਦੇ ਹੁੰਦਾ ਭਾਈ ਉਹੀ ਹੋਵਾ। ਉਹਨਾਂ ਨੇ ਜਲਦੀ ਜਲਦੀ ਆਪਣੇ ਪਸ਼ੂਆਂ ਨੂੰ ਭਜਾ ਕੇ ਬਾਹਰੋਂ ਤੇ ਆਪਣੇ ਘਰਾਂ ਦੇ ਵਿੱਚ ਵੜ ਲਿਆ। ਇਹਦਾ ਮਤਲਬ ਉਹਦੀ ਦੂਜੀ ਪਾਵਰ ਜਿਹੜੀ ਸੀ ਉਹਦੇ ਟੈਲਵੇ, ਉਹ ਵੀ ਜੋ ਕਰਮਚਾਰੀ ਹੁੰਦੇ ਨਾ ਰਾਜੇ ਦੀ ਪਾਵਰ, ਉਹਦੇ ਨਾਲ ਕਰਮਚਾਰੀ ਹੁੰਦੇ ਆ ਜੋ ਉਹਨੂੰ ਸਪੋਰਟ ਕਰਦੇ ਆ, ਜੋ ਉਹਦੇ ਨਾਲ ਮਿਲ ਕੇ ਚੱਲਦੇ ਆ, ਪਰ ਲਿਖਿਆ ਕਿ ਉਹ ਵੀ ਕਮਜ਼ੋਰ ਪੈਣ ਕੇ ਹੋ ਗਏ ਸ਼ੁਰੂ ਹੋ ਗਏ। ਏਦਾਂ ਜਦੋਂ ਤੁਸੀਂ ਪ੍ਰੇਅਰ ਕਰਦੇ ਜਾਂਦੇ ਆ ਨਾ ਕਿ ਸ਼ੈਤਾਨੀ ਆਤਮਾਵਾਂ, ਨਸ਼ੇ ਦੀ ਆਤਮਾ, ਜੂਏ ਦੀ ਆਤਮਾ, ਜੇ ਵੀ ਬੜੀ ਬਿਮਾਰੀਆਂ, ਕਰਜ਼ਾ, ਜੋ ਵੀ ਆ, ਹੌਲੀ ਹੌਲੀ ਕਮਜ਼ੋਰ ਪੈਣਾ ਕੀ ਹੋ ਜਾਂਦਾ ਵਾ, ਉਹ ਸ਼ੁਰੂ ਹੋ ਜਾਂਦਾ ਵਾ। ਜਿਤਲਾ ਦੀ ਲਗਾਤਾਰ ਫਾਈਟ ਕਰਨ ਵਾਲਾ, ਬਿਨਾਂ ਰੁਕੇ ਬਿਨਾਂ ਥੱਕੇ ਫਾਈਟ ਕਰਨ ਵਾਲਾ। ਉਹ ਤੋਂ ਬਾਅਦ ਲਿਖਿਆ ਕੂਚ 10 ਉਹਦੀ 7 ਆਇਤ ਨੂੰ ਮੈਂ ਪੜਾਂਗਾ। ਤਦ ਫਿਰੌਨ ਦੇ ਪਹਿਲੂਆਂ ਨੇ ਉਸ ਨੂੰ ਆਖਿਆ, ਇਹ ਮਨੁੱਖ ਕਦ ਤੀਕ ਸਾਡੇ ਲਈ ਫਾਈ ਹੋਵੇਗਾ? ਉਹਨਾਂ ਮਨੁੱਖਾਂ ਨੂੰ ਜਾਣ ਦਿਓ ਤਾਂ ਜੋ ਉਹ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰਨ। ਅਜੇ ਤੱਕ ਤੁਸੀਂ ਜਾਣਿਆ ਨਹੀਂ ਕਿ ਮਿਸਰ ਬਰਬਾਦ ਹੋ ਗਿਆ। ਹਾਲੇਲੂਇਆ। ਹੁਣ ਫਿਰੌਨ ਦੇ ਟੈਲੂਏ ਪੂਰੀ ਤਰ੍ਹਾਂ ਟੁੱਟ ਗਏ ਜਗ੍ਹਾ ਦੇ ਉੱਤੇ। ਕੂਚ 10:7 ਲਿਖਿਆ, ਉਹਦੇ ਟੈਲੂ ਮਿਸਰ ਦੇ ਰਾਜੇ ਨੂੰ ਕਹਿੰਦਾ ਤੈਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਮਿਸਰ ਸਾਰਾ ਬਰਬਾਦ ਕਰ ਦਿੱਤਾ ਇਹਨਾਂ ਨੇ, ਲਗਾਤਾਰ ਆਤਮਿਕ ਫਾਈਟ ਕਰ ਕਰਕੇ। ਕਹਿੰਦਾ ਤੈਨੂੰ ਹਜੇ ਤੱਕ ਵੀ ਪਤਾ ਨਹੀਂ ਲੱਗਿਆ? ਇਹਨਾਂ ਨੂੰ ਜਾਣ ਦੇ, ਇਹਨਾਂ ਨੂੰ ਜਾਣ ਦੇ, ਇਹਨਾਂ ਨੂੰ ਜਾਣ ਦੇ, ਇਹਨਾਂ ਨੂੰ ਤੌਬਾ ਕਰਨ ਦੇ, ਇਹਨਾਂ ਦੀ ਫੈਮਲੀਆਂ ਨੂੰ ਬਪਤਿਸਮੇ ਲੈਣ ਦੇ। ਹਾਲੇਲੂਇਆ। ਇਹਨਾਂ ਨੂੰ ਚੰਗੇ ਹੋਣ ਦੇ, ਇਹਨਾਂ ਨੂੰ ਬਰਕਤ ਪਾਉਣ ਦੇ। ਜਦੋਂ ਤੁਸੀਂ ਲਗਾਤਾਰ ਫਾਈਟ ਕਰਦੇ ਆ ਨਾ, ਔਰ ਸ਼ੈਤਾਨੀ ਆਤਮਾ ਹੌਲੀ ਹੌਲੀ ਕਮਜ਼ੋਰ, ਹੌਲੀ ਹੌਲੀ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਵਾ। ਹਰ ਉਹ ਬੰਧਨ ਜੋ ਤੁਹਾਡੇ ਖਿਲਾਫ ਹੈ ਹੌਲੀ ਟੁੱਟਣਾ ਸ਼ੁਰੂ ਹੋ ਜਾਂਦਾ ਵਾ ਜਦੋਂ ਤੁਸੀਂ ਪ੍ਰਾਰਥਨਾ ਕਰਨਾ, ਫਾਈਟ ਕਰਨਾ ਬੰਦ ਨਹੀਂ ਕਰਦੇ। ਹੁਣ ਐਨੇ ਕਲੇਸ਼ ਦੇ ਵਿੱਚ ਵੀ ਉਹਨਾਂ ਦੀ ਲਾਈਫ ਵਿੱਚ ਪੂਰਾ ਕਲੇਸ਼ ਸੀਗਾ ਮੂਸਾ ਔਰ ਹਾਰੂਨ ਦੀ। ਕਿਉਂਕਿ ਜਿਹੜੇ ਇਸਰਾਇਲੀ ਸੀਗੇ ਉਹਨਾਂ ਦੇ ਉੱਤੇ ਸਖਤਾਈ ਹੋ ਗਈ ਸੀ ਸ਼ੁਰੂ, ਔਰ ਜਿਹਦੇ ਕਰਕੇ ਮੂਸਾ ਦੇ ਖਿਲਾਫ ਸੀ ਵੀ ਯਾਰ ਤੂੰ ਸਾਡੇ ਤੇ ਇੰਨੀ ਵੱਡੀ ਸਖਤਾਈ ਕਰਾ ਦਿੱਤੀ, ਪਰ ਫਿਰ ਵੀ ਉਹਨਾਂ ਨੇ ਫਾਈਟ ਨਹੀਂ ਬੰਦ ਕੀਤੀ। ਔਰ ਜਿਹਦੇ ਕਰਕੇ ਪਹਿਲਾਂ ਜਾਦੂਗਰ ਟੁੱਟੇ, ਉਸ ਤੋਂ ਬਾਅਦ ਟੈਲਵੇ ਕੀ ਹੋਣ ਕੇ, ਉਸ ਤੋਂ ਬਾਅਦ ਟੈਲਵੇ ਵੀ ਟੁੱਟ ਗਏ। ਜੋ ਟੈਲਵੇ ਮਤਲਬ ਸਮਝਦੇ, ਉਹਦੇ ਕਰਮਚਾਰੀ ਜੋ ਉਹਦੇ ਮਹਿਲ ਦੇ ਵਿੱਚ ਰਹਿੰਦੇ ਸੀ, ਉਹਦੇ ਨਾਲ ਸਲਾਹ ਮਸ਼ਵਰਾ ਕਰਦੇ ਸੀ, ਉਹਦੀ ਤਾਕਤ ਸੀਗੀ। ਹੁਣ ਉਹਦੀ ਤਾਕਤ ਵੀ ਕੀ ਹੋ ਗਈ, ਪੂਰੀ ਤਰ੍ਹਾਂ ਟੁੱਟ ਗਈ। ਇੱਕ ਖੱਬਾ ਹੱਥ ਸੀ ਜਾਦੂਗਰ, ਉਹ ਵੀ ਟੁੱਟ ਗਏ, ਤੇ ਸੱਜੀ ਬਾਲ ਸੀ ਟੈਲਵੇ ਜੋ ਉਹਦੇ ਕਰਮਚਾਰੀ, ਹੁਣ ਉਹ ਵੀ ਕੀ ਹੋ ਗਏ, ਟੁੱਟ ਗਏ। ਕਹਿੰਦਾ ਭਾਈ ਜਾਣ ਦੇ ਫਿਰੌਨ, ਜਾਣ ਦੇ ਇਹਨਾਂ ਨੂੰ, ਤੈਨੂੰ ਨਹੀਂ ਪਤਾ ਸਾਰੀ ਮਿਸਰ ਬਰਬਾਦ ਹੋਈ ਜਾ ਰਿਹਾ ਵਾ। ਇਸੇ ਤਰੀਕੇ ਨਾਲ ਜੋ ਤੁਸੀਂ ਪ੍ਰਾਰਥਨਾ ਫਾਈਟ ਕਰਨਾ ਬੰਦ ਨਹੀਂ ਨਾ ਕਰਦੇ, ਤੁਸੀਂ ਸ਼ੈਤਾਨ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੰਦੇ ਆ, ਤੁਸੀਂ ਉਹਦੀਆਂ ਤਾਕਤਾਂ ਨੂੰ ਤੋੜਨਾ ਸ਼ੁਰੂ ਕਰ ਦਿੰਦੇ ਆ। ਹੋ ਸਕਦਾ ਉਸ ਸਮੇਂ ਤੁਹਾਨੂੰ ਲੱਗਦਾ ਹੋਏ, ਹੁਣ ਉਸ ਸਮੇਂ ਹਜੇ ਵੀ ਅਗਰ ਦੇਖੋ ਤੇ ਤਾਕਤਾਂ ਟੁੱਟ ਗਈਆਂ, ਪਰ ਇਸਰਾਇਲ ਹਜੇ ਵੀ ਕੀ ਸੀ, ਗੁਲਾਮੀ ਵਿੱਚ ਸੀਗਾ। ਹਜੇ ਵੀ ਸਾਰਿਆਂ ਨੂੰ ਪਤਾ ਸੀ ਕਿ ਇਸਰਾਇਲ ਕਿੱਥੇ ਆ, ਗੁਲਾਮੀ ਵਿੱਚ ਆ, ਹਜੇ ਵੀ ਸਮੱਸਿਆ ਵਿੱਚ ਆ। ਪਰ ਉਹਨਾਂ ਨੇ ਪ੍ਰਾਰਥਨਾ ਕਰਨਾ ਬੰਦ ਨਹੀਂ ਕੀਤਾ, ਉਹਨਾਂ ਨੇ ਫਿਰੌਨ ਦੀਆਂ ਤਾਕਤਾਂ ਨੂੰ ਤੋੜਨਾ ਜਾਰੀ ਰੱਖਿਆ, ਫਾਈਟ ਕਰਨਾ ਜਾਰੀ ਰੱਖਿਆ, ਚਮਤਕਾਰ ਕਰਨਾ ਜਾਰੀ ਰੱਖਿਆ। ਔਰ ਉਸ ਤੋਂ ਬਾਅਦ ਲਿਖਿਆ ਕੂਚ ਉਹਦਾ 12 ਔਰ ਉਹਦੀ 30 ਆਇਤ ਦੇ ਵਿੱਚ ਅਸੀਂ ਪੜ੍ਹਦੇ ਆ। ਔਰ ਲਿਖਿਆ ਤਾਂ ਫਿਰੌਨ ਉਸ ਰਾਤ ਨੂੰ ਉੱਠਿਆ, ਨਾਲੇ ਉਸਦੇ ਸਾਰੇ ਟਹਿਲੂਏ ਆ ਸਾਰੇ ਮਿਸਰੀ, ਅਤੇ ਮਿਸਰ ਵਿੱਚ ਵੱਡਾ ਸਿਆਪਾ ਹੋਇਆ, ਕਿਉਂਕਿ ਕੋਈ ਘਰ ਨਹੀਂ ਸੀ ਜਿੱਥੇ ਕੋਈ ਮਰਿਆ ਨਾ ਹੋਵੇ। ਤਾਂ ਉਸਨੇ ਮੂਸਾ ਔਰ ਹਾਰੂਨ ਨੂੰ ਰਾਤੀ ਬੁਲਾ ਕੇ ਆਖਿਆ, ਉਠੋ ਔਰ ਮੇਰੇ ਲੋਕਾਂ ਵਿੱਚੋਂ ਨਿਕਲ ਜਾਓ, ਤੁਸੀਂ ਵੀ ਔਰ ਇਸਰਾਇਲੀ ਵੀ, ਔਰ ਜਾ ਕੇ ਆਪਣੀ ਗੱਲ ਦੇ ਅਨੁਸਾਰ ਯਹੋਵਾ ਦੀ ਉਪਾਸਨਾ ਕਰੋ। ਹਾਲੇਲੂਇਆ। ਤਾਲੀ ਵੱਜਣੀ ਚਾਹੀਦੀ ਪ੍ਰਭੂ ਦੀ ਮਹਿਮਾ ਲਈ। ਲਾਸਟ ਵਿੱਚ ਕੀ ਹੋਇਆ? ਲਾਸਟ ਵਿੱਚ ਫਿਰੌਨ ਵੀ ਕੀ ਹੋ ਗਿਆ, ਉਹ ਵੀ ਟੁੱਟ ਗਿਆ ਉਹ ਵੀ। ਉਹ ਕਹਿੰਦਾ ਕਿ ਜਾਓ ਤੁਸੀਂ ਜੋ ਕੁਝ ਤੁਹਾਡਾ ਵੱਲ ਲੈ ਜਾਓ, ਜਿੱਥੇ ਜਾਣਾ ਜਾਓ, ਜਾ ਕੇ ਖੁਦਾ ਦੀ ਕਰੋ, ਉਪਾਸਨਾ ਕਰੋ, ਕਿਉਂਕਿ ਟੁੱਟ ਗਿਆ। ਇਸ ਕਰਕੇ ਮੈਂ ਸਿਰਫ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ, ਕਦੀ ਫਾਈਟ ਬੰਦ ਨਾ ਕਰੋ, ਕਦੀ ਵੀ। ਚਾਹੇ ਸਮੱਸਿਆ ਉਦਾਂ ਹੀ ਖੜੀ ਦੀ ਖੜੀ ਆ, ਪਰ ਸ਼ੈਤਾਨ ਨੂੰ ਪਹਿਲਾਂ ਆਤਮਾ ਦੇ ਵਿੱਚ ਹੋ ਕੇ ਕਰੋ, ਹਰਾ ਦਿਓ। ਜੋ ਤੁਸੀਂ ਆਤਮਾ 'ਚ ਹਰਾ ਦਿੱਤਾ ਨਾ, ਉਹਨੂੰ ਫਾਈਟ ਕਰਕੇ ਆਤਮਿਕ ਤਰੀਕੇ ਨਾਲ ਹਰਾ ਦਿੱਤਾ, ਫਿਰ ਇੱਕ ਦਿਨ ਤੁਹਾਨੂੰ ਪ੍ਰੈਕਟੀਕਲ ਰਿਜ਼ਲਟ ਨਿਕਲਣਾ ਕੀ ਆ, ਸ਼ੁਰੂ ਹੋ ਜਾਏਗਾ। ਹਾਲੇਲੂਇਆ। ਹੁਣ ਉਹਨਾਂ ਨੇ ਇਸ ਜਗ੍ਹਾ ਤੇ ਆਤਮਿਕ ਫਾਈਟ ਕੀ ਤਲਵਾਰ ਚਲਾਈ ਮੂਸਾ ਹਾਰੂਨ ਨੇ?
ਕੀ ਤੀਰ ਚਲਾਏ, ਕੀ ਗਾਲਾਂ ਕੱਢੀਆਂ, ਕੀ ਕੁਝ ਵੀ ਇਦਾਂ ਦਾ ਸਰੀਰਕ ਕੀਤਾ? ਨੋ, ਉਹਨਾਂ ਨੇ ਕੁਝ ਨਹੀਂ ਕੀਤਾ। ਉਹਨਾਂ ਨੇ ਸਿਰਫ ਆਪਣੀ ਆਤਮਿਕ ਫਾਈਟ ਨੂੰ ਰੱਖਿਆ। ਉਹਨਾਂ ਨੇ ਪ੍ਰਾਰਥਨਾ ਕਰਨਾ ਸੋਚੋ ਬੰਦ ਨਹੀਂ ਕੀਤਾ, ਆਪਣੀ ਆਤਮਿਕ ਫਾਈਟ ਬੰਦ ਨਹੀਂ ਕੀਤੀ, ਤੇ ਜਿਹਦੇ ਕਰਕੇ ਉਹਨਾਂ ਨੇ ਇੰਨੀ ਵੱਡੀ ਤਾਕਤ ਨੂੰ ਫਿਰੌਨ ਉਹਨਾਂ ਨੇ ਝੁਕਾ ਦਿੱਤਾ। ਅੱਜ ਵੀ ਏਦਾਂ ਹੀ ਤੁਹਾਡੇ ਖਿਲਾਫ ਏਦਾਂ ਦੀਆਂ ਤਾਕਤਾਂ ਵਾ ਜੋ ਤੁਹਾਡੀ ਫੈਮਿਲੀ ਨੂੰ ਉਧਾਰ ਪਾਉਣ ਤੋਂ ਰੋਕ ਰਹੀਆਂ, ਔਰ ਹੋ ਸਕਦਾ ਤੁਸੀਂ ਚੁੱਪ ਕਰਕੇ ਹਾਰ ਜਾਓ। ਅਗਰ ਤੁਸੀਂ ਫਾਈਟ ਕਰਨੀ ਬੰਦ ਕਰ ਦਿੱਤੀ ਤਾਂ ਕਦੀ ਵੀ ਤੁਸੀਂ ਉਹ ਆਪਣੀ ਲਾਈਫ 'ਚ ਨਹੀਂ ਪ੍ਰਾਪਤ ਕਰ ਸਕੋਗੇ ਜਿਹਨੂੰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਆ। ਹਾਲੇਲੂਇਆ। ਹੁਣ ਪਰਮੇਸ਼ਰ ਵੀ ਚਾਹੁੰਦਾ ਵਾ ਕਿ ਇਸਰਾਇਲੀ ਲੋਕ ਮਿਸਰ ਤੋਂ ਕੀ ਹੋਣ, ਆਜ਼ਾਦ ਹੋਣ, ਪਰ ਪਰਮੇਸ਼ਰ ਚਾਹੁੰਦਾ ਵਾ ਕਿ ਉਹਦੇ ਲੋਕ ਫਾਈਟ ਕਰਕੇ ਆਜ਼ਾਦ ਹੋਣ। ਹੁਣ ਇਸ ਜਗ੍ਹਾ ਤੇ ਕੀ ਪ੍ਰਭੂ ਆਪ ਆਏ ਅੱਗੇ ਲੜਨ ਦੇ ਲਈ? ਨੋ, ਪ੍ਰਭੂ ਨੇ ਉਹਨਾਂ ਨੂੰ ਸਿਰਫ ਪਾਵਰ ਦਿੱਤੀ ਸੀ। ਕੀ ਦਿੱਤੀ? ਪਾਵਰ ਦਿੱਤੀ। ਅੱਜ ਵੀ ਪ੍ਰਭੂ ਨੇ ਤੁਹਾਨੂੰ ਤੇ ਮੈਨੂੰ ਕੀ ਦਿੱਤੀ ਆ? ਪਾਵਰ ਦਿੱਤੀ ਆ। ਅੱਜ ਜੇ ਤੁਸੀਂ ਪਾਵਰ ਨੂੰ ਯੂਜ਼ ਨਾ ਕਰੋ, ਔਰ ਉਹ ਪਾਵਰ ਆ, ਉਹ ਪਾਵਰ ਪ੍ਰੇਅਰ ਦੇ ਦੁਆਰਾ ਯੂਜ਼ ਹੋਣੀ ਆ। ਜੋ ਤੁਹਾਨੂੰ ਪ੍ਰਭੂ ਨੇ ਸ਼ਕਤੀ ਦਿੱਤੀ ਆ, ਉਹ ਸ਼ਕਤੀ ਕਿੱਦਾਂ ਯੂਜ਼ ਹੋਣੀ ਆ? ਪ੍ਰੇਅਰ ਦੇ ਦੁਆਰਾ। ਫਾਸਟਿੰਗ ਕਰੋ, ਪ੍ਰੇਅਰ ਕਰੋ। ਉਹ ਲਗਾਤਾਰ 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 ਜਿਹੜੀਆਂ ਆਤਮਾਵਾਂ ਤੁਹਾਨੂੰ ਪਰੇਸ਼ਾਨ ਕਰਦੀਆਂ ਵਾ, ਤੁਹਾਡੇ ਪਤੀ ਦੀ ਲਾਈਫ ਵਿੱਚ ਹੋ ਕੇ, ਤੁਹਾਡੀ ਫੈਮਿਲੀ ਲਾਈਫ ਵਿੱਚ ਹੋ ਕੇ, ਤੁਸੀਂ ਉਹਨਾਂ ਨਾਲ ਲਗਾਤਾਰ ਫਾਈਟ ਕਰਨਾ ਸ਼ੁਰੂ ਕਰੋ। ਹੋ ਸਕਦਾ ਤੁਸੀਂ ਕੁਝ ਸਮਾਂ ਦੇਖ ਰਹੇ ਆ, ਕੁਝ ਸਮਾਂ ਦੇਖ ਰਹੇ ਆ, ਚੇਂਜ ਕੁਝ ਵੀ ਨਹੀਂ ਹੋ ਰਿਹਾ, ਚੇਂਜ ਕੁਝ ਵੀ ਨਹੀਂ ਹੋ ਰਿਹਾ, ਪਰ ਅਗਰ ਤੁਸੀਂ ਲਗਾਤਾਰ ਫਾਈਟ ਕਰਦੇ ਰਹੇ ਤੁਸੀਂ ਫਿਰ ਪ੍ਰੈਕਟੀਕਲ ਰਿਜ਼ਲਟ ਵੀ ਦੇਖਣਾ ਕੀ ਹੋਗੇ, ਸ਼ੁਰੂ ਹੋ ਜਾਓਗੇ। ਇਸ ਕਰਕੇ ਕਦੀ ਵੀ ਕਾਲੇ ਨਾ ਪਾਓ। ਫਾਈਟ ਆਪਣੀ ਜਾਰੀ ਰੱਖੋ, ਜਾਰੀ ਰੱਖੋ, ਜਾਰੀ ਰੱਖੋ। ਜਦੋਂ ਤੁਸੀਂ ਫਾਈਟ ਜਾਰੀ ਰੱਖੋਗੇ, ਹੌਲੀ ਹੌਲੀ ਸ਼ੈਤਾਨ ਨੇ ਨਿਰਬਲ ਹੁੰਦੇ ਜਾਣਾ, ਉਹਦੀਆਂ ਤਾਕਤਾਂ ਨੇ ਟੁੱਟਦੇ ਜਾਣਾ, ਔਰ ਇੱਕ ਦਿਨ ਆਉਣਾ ਜਦੋਂ ਸ਼ੈਤਾਨ ਨੇ ਹਾਰ ਮੰਨ ਕੇ ਪਿੱਛੇ ਹੋ ਜਾਣਾ ਵਾ, ਔਰ ਤੁਹਾਡੀ ਫੈਮਿਲੀ ਨੇ ਤੌਬਾ ਕਰਕੇ ਬਪਤਿਸਮਾ ਲੈ ਲੈਣਾ। ਹਾਲੇਲੂਇਆ। ਔਰ ਉਦੋਂ ਤੁਸੀਂ ਖੁਸ਼ ਹੋ ਜਾਓਗੇ। ਬਾਈਬਲ ਲਿਖਿਆ ਜਦੋਂ ਉਹਨੇ ਕਿਹਾ ਚਲੇ ਜਾਓ, ਲਿਖਿਆ ਫਿਰ ਉਹ ਨੱਚਦੇ ਗਾਉਂਦੇ ਖੁਦਾ ਦੀ ਮਹਿਮਾ ਕਰਦੇ ਫਿਰ ਮਿਸਰ ਦੇ ਵਿੱਚ ਗਏ, ਬਾਹਰ ਗਏ। ਉਹ ਭੱਜ ਕੇ ਨਹੀਂ ਗਏ ਕਿ ਸ਼ੀਸ਼ਰੀ ਪਾਜੋ 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 ਬਾਈ ਪਾਜੋ। ਉਹ ਨੱਚਦੇ ਗਾਉਂਦੇ ਆਪਣਾ ਸਾਰਾ ਸਮਾਨ, ਪ੍ਰਭੂ ਨੇ ਕਿਹਾ ਜੀ ਤੁਸੀਂ ਇਹਨਾਂ ਦੇ ਮਿਹਨਤ ਵੀ ਕੀਤੀ ਹੈ ਨਾ ਮਿਸਰੀਆਂ ਦੇ, ਔਰ ਇਹਨਾਂ ਨੇ ਤੁਹਾਡਾ ਪੈਸਾ ਨਹੀਂ ਦਿੱਤਾ, ਇਹਨਾਂ ਦੇ ਕੋਲ ਉਹ ਵੀ ਪੈਸਾ ਵੀ ਲੈ ਕੇ ਜਾਓ, ਇਹਨਾਂ ਦੇ ਕੋਲੋਂ ਸੋਨੇ ਚਾਂਦੀ ਦੀਆਂ ਚੀਜ਼ਾਂ ਵੀ ਲੈ ਕੇ ਜਾਓ, ਇਹਨਾਂ ਦੇ ਕੋਲ ਮਹਿੰਗੇ ਬਸਤਰ ਵੀ ਲੈ ਕੇ ਜਾਓ। ਹਾਲੇਲੂਇਆ। ਔਰ ਤੁਹਾਨੂੰ ਪਤਾ ਤੁਹਾਡੇ ਨਾਲ ਉਹੀ ਹੋਣ ਵਾਲਾ ਜੋ ਪਰਮੇਸ਼ਰ ਨੇ ਮੂਸਾ ਤੇ ਹਾਰੂਨ ਦੇ ਨਾਲ ਕੀਤਾ ਸੀ। ਹਾਲੇਲੂਇਆ। ਇਸ ਕਰਕੇ ਸਿਰਫ ਆਪਣੀ ਆਤਮਿਕ ਫਾਈਟ ਕਦੀ ਨਾ ਬੰਦ ਕਰੋ। ਚਾਹੇ ਤੁਹਾਨੂੰ ਲੱਗ ਰਿਹਾ ਯਾਰ ਚੇਂਜ ਕੁਝ ਵੀ ਨਹੀਂ ਹੋ ਰਿਹਾ, ਸਾਰਾ ਕੁਝ ਤੇ ਇਦਾਂ ਹੀ ਦਿਖ ਰਿਹਾ। ਉਹ ਜਦੋਂ ਸ਼ੈਤਾਨ ਵੀ ਕਹੇ ਕਿ ਯਾਰ ਸਾਰਾ ਕੁਝ ਤੈਨੂੰ ਇਦਾਂ ਹੀ ਦਿਖ ਰਿਹਾ, ਤੇਰੀ ਪ੍ਰੇਅਰ ਦਾ ਕੋਈ ਅਸਰ ਨਹੀਂ ਹੋ ਰਿਹਾ, ਤੇਰੀ ਫਾਸਟਿੰਗ ਦਾ ਕੋਈ ਅਸਰ ਨਹੀਂ ਹੋ ਰਿਹਾ, ਪਰ ਹੋ ਰਿਹਾ ਵਾ ਆਤਮਿਕ ਰੀਤੀ ਨਾਲ ਹੋ ਰਿਹਾ ਸ਼ੈਤਾਨ ਤੇ। ਜਿਹੜੇ ਸ਼ੈਤਾਨੀ ਆਤਮਾ ਨੇ ਕਬਜ਼ੇ ਕੀਤੇ ਆ, ਉਹ ਸ਼ੈਤਾਨੀ ਬੰਧਨ ਟੁੱਟਦੇ ਪਏ ਆ ਯਿਸੂ ਦੇ ਨਾਮ ਤੇ। ਹਾਲੇਲੂਇਆ। ਔਰ ਸਿਰਫ ਇੱਕ ਮੈਂ ਤੁਹਾਨੂੰ ਗੱਲ ਕਹਿਣਾ, ਆਪਣੀ ਆਤਮਿਕ ਫਾਈਟ ਕਦੀ ਨਾ ਬੰਦ ਕਰੋ। ਤੜਕੇ ਨੂੰ ਉੱਠ ਕੇ ਫਾਈਟ ਕਰੋ, ਰਾਤ ਨੂੰ ਉੱਠ ਕੇ ਫਾਈਟ ਕਰੋ। ਜਿਹੜੇ ਵੀ ਬੰਧਨਾਂ ਤੇ ਪਰਮੇਸ਼ਰ ਦੀ ਫਾਇਰ ਸੁੱਟਦੇ ਜਾਓ। ਅਗਰ ਬਿਮਾਰੀ ਆ ਤੇ ਬਿਮਾਰੀ ਉੱਤੇ ਫਾਈਟ ਕਰਦੇ ਰਹੋ, ਲਗਾਤਾਰ ਉਹਨੂੰ ਡਾਂਟਦੇ ਰਹੋ, ਯਿਸੂ ਦੇ ਨਾਮ 'ਚ ਡਾਂਟਦੇ ਰਹੋ, ਬੋਲਦੇ ਰਹੋ ਕਿ ਯਿਸੂ ਦੇ ਕੋਲੇ ਖਾਣਾ ਮੈਂ ਚੰਗੀ ਹੋ ਚੁੱਕੀ ਹਾਂ। ਅਗਰ ਕੋਈ ਵੀ ਪਾਪ ਦੀ ਆਤਮਾਵਾਂ ਜ਼ਿੰਦਗੀ ਵਿੱਚ ਕੰਮ ਕਰਦੀਆਂ ਵਾ ਤੇ ਉਹਨੂੰ ਬੋਲਦੇ ਰਹੋ ਕਿ ਯਿਸੂ ਮਸੀਹ ਦੇ ਲਹੂ ਬਹਾਉਣ ਦੇ ਨਾਲ ਮੈਂ ਸ਼ੁੱਧ ਕੀਤਾ ਗਿਆ ਵਾਂ, ਔਰ ਸ਼ੈਤਾਨ ਨੂੰ ਡਾਂਟਦੇ ਰਹੋ। ਅਗਰ ਗਰੀਬੀ ਸਤਾਉਂਦੀ ਪਈ ਆ ਤੇ ਉਹਨੂੰ ਬੋਲੋ ਕਿ ਯਿਸੂ ਮਸੀਹ ਦੇ ਗਰੀਬ ਹੋਣਾ ਮੈਂ ਅਮੀਰ ਕੀ ਆ ਹੋ ਚੁੱਕਾ। ਅਗਰ ਪਰਿਵਾਰਿਕ ਕਲੇਸ਼ ਦੇ ਬੰਧਨਾਂ ਵਿੱਚ ਆ ਤੇ ਬਾਰ-ਬਾਰ ਪ੍ਰੇਅਰ ਕਰਦੇ ਰਹੋ, ਤੋੜਦੇ ਰਹੋ ਬੰਧਨਾਂ ਨੂੰ, ਔਰ ਬੋਲਦੇ ਰਹੋ ਕਿ ਇਹਨਾਂ ਪਰਿਵਾਰਿਕ ਕਲੇਸ਼ਾਂ ਦੇ ਬੰਧਨਾਂ ਤੋਂ ਛੁਡਾਉਣ ਦੇ ਲਈ ਪਰਮੇਸ਼ਰ ਖੁਦ ਬੰਦਿਆ ਗਿਆ ਤਾਂ ਕਿ ਮੈਂ ਛੁਡਾਇਆ ਜਾ ਸਕਾਂ। ਹਾਲੇਲੂਇਆ। ਕਦੀ ਵੀ ਸ਼ੈਤਾਨ ਦੇ ਅੱਗੇ ਹਾਰ ਨਾ ਮੰਨੋ। ਅਗਰ ਤੁਸੀਂ ਇੱਕ ਜਿੱਤੇ ਹੋਏ ਵਿਸ਼ਵਾਸੀ ਬਣਨਾ ਚਾਹੁੰਦੇ ਤੇ, ਅਗਰ ਤੁਸੀਂ ਆਪਣੀਆਂ ਬਰਕਤਾਂ ਨੂੰ ਹਾਸਲ ਕਰਨਾ ਚਾਹੁੰਦੇ ਤੇ, ਅਗਰ ਤੁਸੀਂ ਆਪਣੀ ਫੈਮਿਲੀ ਦਾ ਉद्धार ਦੇਖਣਾ ਚਾਹੁੰਦੇ ਆ ਤੇ ਆਪਣੀ ਫਾਈਟ ਨੂੰ ਲਗਾਤਾਰ ਜਾਰੀ ਰੱਖੋ। ਜਾਂ ਤੇ ਤੁਸੀਂ ਹਾਰੋਗੇ ਜਾਂ ਤੁਹਾਡਾ ਵਿਰੋਧੀ ਹਾਰੂਗਾ, ਪਰ ਅਗਰ ਤੁਸੀਂ ਆਪਣੀ ਫਾਈਟ ਨੂੰ ਬੰਦ ਕਰ ਦਿੱਤਾ ਤੁਹਾਡਾ ਵਿਰੋਧੀ ਕਦੀ ਵੀ ਹਾਰੂਗਾ ਨਹੀਂ। ਫਿਰ ਕੁਝ ਨਾਰਮਲ ਤੇ ਹੋ ਜਾਊਗਾ ਪਰ ਉਹ ਪੂਰੀ ਤਰ੍ਹਾਂ ਕਦੀ ਨਹੀਂ ਹਾਰੂਗਾ, ਫਿਰ ਉੱਥੇ ਰਹਿ ਕੇ ਕੰਮ ਕਰੂਗਾ। ਪਰ ਅਗਰ ਤੁਸੀਂ ਪੂਰੀ ਤਰ੍ਹਾਂ ਨੂੰ ਖਤਮ ਕਰਨਾ ਚਾਹੁੰਦੇ ਆ ਹਰ ਉਹ ਸ਼ੈਤਾਨੀ ਆਤਮਾਵਾਂ ਨੂੰ, ਤੇ ਫਿਰ ਆਪਣੀ ਆਤਮਿਕ ਫਾਈਟ ਲਗਾਤਾਰ ਕਰਦੇ ਰਹੋ। ਕਿਹਨੇ ਨਾਲ ਇਹਦਾ ਵਚਨ ਸਮਝ ਆ ਰਿਹਾ? ਕਦੀ ਵੀ ਆਪਣੀ ਆਤਮਿਕ ਫਾਈਟ ਬੰਦ ਨਾ ਕਰੋ। ਜੋ ਤੁਸੀਂ ਚਾਹੁੰਦੇ ਆ ਪ੍ਰਭੂ ਦੇ ਕੋਲੋਂ, ਜੋ ਤੁਸੀਂ ਆਪਣੀ ਲਾਈਫ ਲਈ ਚਾਹੁੰਦੇ ਆ, ਆਪਣੀ ਫੈਮਿਲੀ ਲਈ ਚਾਹੁੰਦੇ ਆ, ਲਗਾਤਾਰ 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 ਪ੍ਰੇਅਰ, ਕਿਉਂਕਿ ਤੁਹਾਡੀ ਪ੍ਰੇਅਰ ਹੌਲੀ 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 ਕੰਮ ਕਰਦੀ ਜਾਣੀ ਆ, ਔਰ ਉਹ ਪਾਵਰ ਕੰਮ ਕਰਦੀ ਜਾਣੀ ਆ, ਔਰ ਸ਼ੈਤਾਨ ਦੇ ਬੰਧਨ ਹੌਲੀ ਹੌਲੀ ਟੁੱਟਦੇ ਜਾਣੇ ਆ, ਸ਼ੈਤਾਨੀ ਆਤਮਾ ਕਮਜ਼ੋਰ ਹੁੰਦੀਆਂ ਜਾਣੀਆਂ। ਹੁਣ ਅਗਰ ਇਸ ਜਗ੍ਹਾ ਤੇ ਦੇਖੋ ਤੇ ਫਿਰੌਨ ਹੌਲੀ ਹੌਲੀ ਕਮਜ਼ੋਰ ਹੋਣਾ ਕੀ ਹੋ ਗਿਆ? ਸ਼ੁਰੂ ਹੋ ਗਿਆ। ਪਹਿਲਾਂ ਉਹਦੀ ਪਾਵਰ ਸੀ ਖੱਬਾ ਹੱਥ, ਉਹਦਾ ਖੱਬਾ ਤੇ ਜਾਦੂਗਰ, ਉਹਦੀ ਪਾਵਰ ਟੁੱਟ ਗਈ। ਉਹਨਾਂ ਨੇ ਹਾਰ ਮਾਰ ਲਈ, ਕਹਿੰਦੇ ਕਿ ਨੋ ਕਹਿੰਦੇ ਇਹ ਪਾਵਰ ਪ੍ਰਭੂ ਦੀ ਆ, ਹੁਣ ਇੱਥੇ ਆਪਾਂ ਨਹੀਂ ਭਾਈ ਕਰ ਸਕਦੇ। ਅਗਰ ਇਹਨਾਂ ਦੇ ਕੋਲੋਂ ਵੀ ਨਾਰਮਲ ਪਾਵਰ ਹੁੰਦੀ ਤਾਂ ਅਸੀਂ ਕਰ ਲੈਂਦੇ, ਪਰ ਇਹ ਉੱਪਰ ਦੀ ਪਾਵਰ ਆ, ਸਾਡੀ ਹਾਰ ਮੰਨ ਗਈ।
ਹੁਣ ਉਹਦਾ ਕੀ ਰਹਿ ਗਿਆ, ਸੱਜੇ ਹੱਥ ਉਹਦੇ ਕਰਮਚਾਰੀ। ਔਰ ਬਾਅਦ ਵਿੱਚ ਲਿਖਿਆ ਕਿ ਕਰਮਚਾਰੀ ਨੇ ਕੀ ਕਰ ਲਿਆ, ਉਹਨਾਂ ਹਾਰ ਮਾਰ ਲਈ। ਉਹ ਕਹਿੰਦੇ ਤੂੰ ਕਿਉਂ ਨਹੀਂ ਜਾਣ ਦਿੰਦਾ ਇਹਨਾਂ ਨੂੰ ਭਾਈ। ਜਦੋਂ ਬੰਦਾ ਖੱਪ ਜਾਂਦਾ ਨਾ, ਖੱਪ ਜਾਂਦਾ, ਫਿਰ ਏਦਾਂ ਦੇ ਵਰਡ ਬੋਲਦਾ ਵਾ। ਇਹਦੇ ਕਿੱਥੇ ਉਹ ਰਾਜੇ ਮਹਾਰਾਜਾ ਕਰ ਕਰਕੇ ਬੋਲ ਦੇਣਗੇ ਫਰੌਨ ਜੀ ਬਾਦਸ਼ਾਹ ਜੀ। ਪਰ ਜਦੋਂ ਖੱਪ ਗਏ ਉਹ ਕਹਿੰਦੇ ਤੂੰ ਕਿਉਂ ਨਹੀਂ ਜਾਣ ਦਿੰਦਾ ਇਹਨਾਂ ਨੂੰ ਜਾਣ ਦੇ ਕਿ ਤੂੰ ਹੋਰ ਮਿਸ਼ਨ ਨੂੰ ਬਰਬਾਦ ਹੁੰਦਾ ਦੇਖਣਾ ਚਾਹੁੰਦਾ। ਮਿਸਰ ਬਰਬਾਦ ਹੋਈ ਜਾ ਰਿਹਾ। ਤੁਹਾਡੀ ਆਤਮਿਕ ਲਾਈਫ ਸ਼ੈਤਾਨ ਨੂੰ ਬਰਬਾਦ ਕਰ ਦੇਗੀ, ਤੁਹਾਡੇ ਘਰਾਂ 'ਚ, ਤੁਹਾਡੇ ਪਰਿਵਾਰਾਂ 'ਚ, ਯਿਸੂ ਮਸੀਹ ਦੇ ਨਾਮ 'ਚ। ਹਾਲੇਲੂਇਆ। ਤੁਹਾਡੀ ਪ੍ਰਾਰਥਨਾ ਸ਼ੈਤਾਨੀ ਤਾਕਤਾਂ ਨੂੰ ਬਰਬਾਦ ਕਰੇਗੀ, ਤੁਹਾਡੇ ਘਰਾਂ 'ਚੋਂ ਨਾਸ਼ ਕਰ ਦੇਵੇਗੀ। ਹਾਲੇਲੂਇਆ। ਇਸ ਕਰਕੇ ਲਗਾਤਾਰ ਫਾਈਟ, ਲਗਾਤਾਰ ਕਦੀ ਵੀ ਫਾਈਟ ਕਰਨਾ ਬੰਦ ਨਾ ਕਰੋ। ਆਪਣਾ ਰਿਸ਼ਤਾ ਖੁਦਾ ਨਾਲ ਬਣਾ ਕੇ ਰੱਖੋ। ਚਾਹੇ ਲੱਗਦਾ ਪਿਆ ਵਾ ਕਿ ਯਾਰ ਮਾਹੌਲ ਹਜੇ ਵੀ ਹੁੰਦਾ, ਬਦਲਿਆ ਕੁਝ ਨਹੀਂ, ਪਰ ਉਹ ਬਦਲੂਗਾ। ਤੁਸੀਂ ਇੱਕ ਦਿਨ ਉਹ ਰਿਜ਼ਲਟ ਨੂੰ ਖੁਦ ਪ੍ਰੈਕਟੀਕਲ ਦੇਖੋਗੇ ਆਪਣੀ ਅੱਖਾਂ ਦੇ ਸਾਹਮਣੇ। ਹਾਲੇਲੂਇਆ। ਕਿਉਂਕਿ ਤੁਹਾਡੀ ਫਾਸਟਿੰਗ, ਤੁਹਾਡੀ ਪ੍ਰੇਅਰ, ਤੁਹਾਡੀ ਆਤਮਿਕ ਫਾਈਟ ਤੁਹਾਡੇ ਦੁਸ਼ਮਣਾਂ ਨੂੰ ਕੀ ਕਰਦੀ ਆ, ਕਮਜ਼ੋਰ ਕਰਦੀ ਆ, ਉਹਦੀਆਂ ਤਾਕਤਾਂ ਨੂੰ ਤੋੜਦੀ ਆ। ਜਿੱਦਾਂ ਉਹਦੀ ਜਾਦੂ ਕਰੋ ਦੀ ਪਾਵਰ ਟੁੱਟੀ, ਉਹਦੇ ਟੈਲਵੋ ਦੀ ਪਾਵਰ ਟੁੱਟੀ, ਹੁਣ ਰਹਿ ਗਿਆ ਖੁਦ। ਔਰ ਉਸ ਤੋਂ ਬਾਅਦ ਉਹ ਵੀ ਕੀ ਹੋ ਗਿਆ, ਉਹ ਵੀ ਟੁੱਟ ਗਿਆ। ਔਰ ਖੁਦ ਕਹਿ ਕੇ ਜਾਓ ਤੁਸੀਂ ਇਸ ਦੇਸ਼ ਵਿੱਚੋਂ ਜਲਦੀ ਚਲੇ ਜਾਓ, ਕਿਉਂਕਿ ਮੇਰੇ ਤੇ ਸਮੱਸਿਆ ਕੀ ਆ, ਵੱਧ ਚੁੱਕੀਆਂ। ਤੁਹਾਡੀ ਪ੍ਰਾਰਥਨਾ ਸ਼ੈਤਾਨ ਦੀ ਲਾਈਫ ਵਿੱਚ ਸ਼ੈਤਾਨ ਦੀ ਉੱਤੇ ਸਮੱਸਿਆ ਨੂੰ ਵਧਾ ਦੇਵੇਗੀ। ਉਹਦੇ ਉੱਤੇ ਫਾਇਰ ਦੇ ਨਾਲ ਉਹ ਨਸ਼ਟ ਹੋਣਾ ਸ਼ੁਰੂ ਹੋ ਜਾਏਗਾ। ਹਾਲੇਲੂਇਆ। ਇਸ ਕਰਕੇ ਅਗਰ ਪਤਨੀ ਦੀ ਜ਼ਿੰਦਗੀ ਵਿੱਚ ਨਸ਼ੇ ਦੀ ਆਤਮਾ, ਤੇ ਲਗਾਤਾਰ ਨਸ਼ੇ ਦੀ ਆਤਮਾ ਨਾਲ ਫਾਈਟ ਕਰੋ। ਜੂਵੇ ਦੀ ਆਤਮਾ ਲਗਾਤਾਰ, ਬੁਰੀ ਸੰਗਤੀ ਦੀ ਆਤਮਾ ਲਗਾਤਾਰ, ਬਿਮਾਰੀ ਉੱਤੇ ਲਗਾਤਾਰ ਫਾਈਟ ਕਰੋ। ਕਰਜ਼ਾ ਵਾ, ਬੰਧਨ ਹੈ, ਜੋ ਕੁਝ ਵੀ ਆ, ਲਗਾਤਾਰ ਹਰ ਰੋਜ਼ ਬਿਨਾਂ ਨਾਗੇ ਪਾਏ ਲਗਾਤਾਰ ਫਾਈਟ ਕਰੋ। ਔਰ ਤੁਸੀਂ ਫਿਰ ਦੇਖੋਗੇ ਆਪਣੇ ਵਿਰੋਧੀ ਨੂੰ ਸ਼ਰਮਿੰਦਾ ਹੁੰਦਾ ਹੋਇਆ ਤੇ ਆਪਣੇ ਵਿਰੋਧੀ ਨੂੰ ਹਾਰਦਾ ਹੋਇਆ। अपने अखां नूं बंद करो और बोलो, परमेश्वर अज दे वचन अपनी जिंदगी च ग्रहण करदा। परमेश्वर पिता अज दा वचन मेरे जीवन दे विच काम करे। परमेश्वर